ਅਸੀਂ ਖਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ। ਅਸੀਂ ਖਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ, ਹਉ ਪਾਪੀ ਵੱਡ ਗੁਨਾਹਗਾਰ। ਹਰ ਜੀਉ ਲਿਖੈ ਵਾਰ ਨਾ ਆਵਈ, ਤੂੰ ਬਖਸ਼ ਮਿਲਾਵਨਹਾਰ। ਗੁਰ ਤੁਠੈ ਹਰ ਪ੍ਰਭ ਮੇਲਿਆ, ਸਭ ਕਿਲ ਵੇਖ ਘਟ ਵੇਕਾਰ। ਜਿਨ ਹਰ ਹਰ ਨਾਮ ਤੇ ਆਇਆ, ਜਨ ਨਾਨਕ ਤਿਨ ਜੈਕਾਰ। ਜਿਨ ਹਰ ਹਰ ਨਾਮ ਤੇ ਆਇਆ, ਜਨ ਨਾਨਕ ਤਿਨ ਜੈਕਾਰ। ਵਾਹਿਗੁਰੂ ਲਹਿਣੇ ਦੀ ਫੇਰਾਈਐ, ਨਾਨਕਾ ਦੋਹੀ ਖੱਟੀਐ। ਜੋਤ ਓਹਾ ਜੁਗਤ ਸਾਏ, ਸ਼ਹਿ ਕਾਇਆ ਫੇਰ ਪਲਟੀਐ। ਇਹ ਰਾਮਕਲੀ ਕੀ ਵਾਰ ਰਾਏ ਬਲਵੰਡ ਅਤੇ ਸੱਤਾ ਜੀ ਦੀ ਆਖੀ ਹੋਈ, ਉਹਨਾਂ ਦੀ ਉਚਾਰੀ ਹੋਈ। ਆਓ ਅੱਜ ਇਸ ਦੀ ਦੂਸਰੀ ਪੌੜੀ ਦੀ ਵਿਚਾਰ ਕਰੀਏ। ਲਹਿਣੇ ਦੀ ਫੇਰਾਈਐ, ਨਾਨਕਾ ਦੋਹੀ ਖੱਟੀਐ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਜਿਸ ਤਰ੍ਹਾਂ ਕਿ ਆਪਾਂ ਕੱਲ ਪਹਿਲੀ ਪੌੜੀ ਦੇ ਵਿੱਚ ਵਿਚਾਰ ਕੀਤੀ ਸੀ, ਲਹਿਣੇ ਧਰਿਓਣ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵੰਦਾ। ਬਾਬਾ ਲਹਿਣਾ ਜੀ ਅਰਥਾਤ ਗੁਰੂ ਅੰਗਦ ਦੇਵ ਜੀ, ਜੋ ਉਸ ਵਾਹਿਗੁਰੂ ਦੀਆਂ ਸਿਫਤਾਂ ਕਰਕੇ ਅੰਮ੍ਰਿਤ ਪੀ ਰਹੇ ਸਨ, ਉਹਨਾਂ ਦੇ ਸਿਰ ਉੱਤੇ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਛੱਤਰ ਧਾਰਿਆ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਂਦਾ। ਗੁਰੂ ਨਾਨਕ ਦੇਵ ਜੀ ਨੇ ਆਪਣੇ ਚੇਲੇ ਅਰਥਾਤ ਬਾਬਾ ਲਹਿਣਾ ਜੀ ਨੂੰ ਨਮਸਕਾਰ ਕੀਤੀ। ਆਪਣੀ ਸਲਾਮਤੀ ਦੇ ਵਿੱਚ, ਆਪਣੀ ਹਯਾਤ ਦੇ ਵਿੱਚ ਸ਼ਹਿ ਟਿੱਕਾ ਦਿੱਤੋਸ ਜੀਵੰਦਾ। ਸ਼ਹਿ ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰਿਆਈ ਦਾ ਟਿੱਕਾ ਦੇ ਦਿੱਤਾ। ਜਦੋਂ ਇਹ ਛੱਤਰ ਭਾਈ ਲਹਿਣਾ ਜੀ ਦੇ ਸੀਸ ਉੱਤੇ ਚੜਾ ਦਿੱਤਾ, ਗੁਰਿਆਈ ਦਾ ਟਿੱਕਾ ਦੇ ਦਿੱਤਾ, ਤਾਂ ਭਾਈ ਬਲਵੰਤ ਜੀ ਕਹਿ ਰਹੇ ਹਨ, ਲਹਿਣੇ ਦੀ ਫੇਰਾਈਐ, ਨਾਨਕਾ ਦੋਹੀ ਖੱਟੀਐ।
ਨਾਨਕਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦੋਹੀ ਵਡਿਆਈ ਦੀ ਧੂਮ ਜੋ ਪਈ ਹੋਈ ਸੀ, ਸਾਰੇ ਪਾਸੇ ਉਹਨਾਂ ਦੀ ਵਡਿਆਈ ਹੀ ਵਡਿਆਈ ਸੀ। ਖੱਟੀਐ ਉਸ ਦੀ ਬਰਕਤ ਦੇ ਨਾਲ, ਗੁਰੂ ਨਾਨਕ ਦੇਵ ਜੀ ਦੀ ਵਡਿਆਈ ਦੀ ਧੂਮ ਦੀ ਬਰਕਤ ਦੇ ਨਾਲ ਲਹਿਣੇ ਦੀ ਫੇਰ ਆਈ ਹੈ। ਭਾਈ ਲਹਿਣਾ ਜੀ ਦੀ ਵੀ ਵਡਿਆਈ ਸਾਰੇ ਪਾਸੇ ਪਸਰ ਗਈ। ਪਸਰੀ ਉਦੋਂ ਪਸਰੀ ਇਸ ਕਰਕੇ ਕਿ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਸਾਰੇ ਪਾਸੇ ਹੀ ਪਸਰੀ ਹੋਈ ਸੀ। ਉਹਨਾਂ ਦੀ ਵਡਿਆਈ ਸਾਰੇ ਪਾਸੇ ਸੀ। ਜੋਤ ਓਹਾ ਜੁਗਤ ਸਾਏ, ਸ਼ਹਿ ਕਾਇਆ ਫੇਰ ਪਲਟੀਐ। ਭਾਈ ਲਹਿਣਾ ਜੀ ਦੀ ਵਡਿਆਈ ਦੀ ਧੂਮ ਇਸ ਕਰਕੇ ਸਾਰੇ ਪਾਸੇ ਹੋਈ, ਗੁਰੂ ਨਾਨਕ ਦੇਵ ਜੀ ਦੀ ਵਡਿਆਈ ਦੀ ਧੂਮ ਕਰਕੇ। ਕਿਉਂਕਿ ਜੋਤ ਓਹਾ ਜੋ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਸੀ, ਉਹੀ ਭਾਈ ਲਹਿਣਾ ਜੀ ਦੇ ਵਿੱਚ ਆ ਗਈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜੋਤ ਭਾਈ ਲਹਿਣਾ ਜੀ ਦੇ ਵਿੱਚ ਟਿਕਾ ਕੇ ਉਹਨਾਂ ਨੂੰ ਗੁਰੂ ਅੰਗਦ ਬਣਾ ਦਿੱਤਾ। ਅਰਥਾਤ ਆਪਣੇ ਅੰਗ ਵਿੱਚੋਂ ਪੈਦਾ, ਆਪਣੇ ਉਪਦੇਸ਼ ਦੇ ਰਾਹੀਂ ਪੈਦਾ ਹੋਏ ਗੁਰੂ ਅੰਗਦ। ਜੋਤ ਓਹਾ ਜੁਗਤ ਸਾਏ, ਭਾਈ ਲਹਿਣਾ ਜੀ ਦੀ ਜੀਵਨ ਜੁਗਤ ਜੋ ਗੁਰੂ ਨਾਨਕ ਸਾਹਿਬ ਜੀ ਦੀ ਸੀ ਉਹ ਹੀ ਸੀ। ਸ਼ਹਿ ਕਾਇਆ ਫੇਰ ਪਲਟੀਐ। ਸ਼ਹਿ ਖਸਮ ਗੁਰੂ ਨਾਨਕ ਦੇਵ ਜੀ, ਮਾਲਕ ਗੁਰੂ ਨਾਨਕ ਦੇਵ ਜੀ, ਉਹਨਾਂ ਨੇ ਸਿਰਫ ਆਪਣੀ ਜੋ ਕਾਇਆ ਸੀ ਉਹ ਪਲਟ ਕੇ ਇਹ ਆਪਣੀ ਜੋਤ ਜੋ ਸੀ ਉਹ ਗੁਰੂ ਅੰਗਦ ਦੇਵ ਜੀ ਦੇ ਅੰਦਰ, ਭਾਈ ਲਹਿਣਾ ਜੀ ਦੇ ਅੰਦਰ ਰੱਖ ਦਿੱਤੀ। ਉਹਨਾਂ ਦੀ ਵੀ ਜੀਵਨ ਜੁਗਤ ਉਹੀ ਸੀ ਜੋ ਜੀਵਨ ਜੁਗਤ ਗੁਰੂ ਨਾਨਕ ਦੇਵ ਜੀ ਦੀ ਸੀ। ਇਸ ਕਰਕੇ ਭਾਈ ਲਹਿਣਾ ਜੀ ਦੀ ਦੋਹੀ ਵਡਿਆਈ ਸਾਰੇ ਪਾਸੇ ਹੀ ਪਸਰ ਗਈ। ਝੁੱਲੈ ਸੋ ਛਤ ਨਰੰਜਣੀ, ਮਲ ਤਖਤ ਬੈਠਾ ਗੁਰ ਹਟੀਐ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਹੱਟੀ ਉੱਤੇ ਜੋ ਭਾਈ ਲਹਿਣਾ ਜੀ ਬੈਠੇ ਹਨ। ਝੁੱਲੈ ਸੋ ਛਤ ਨਰੰਜਣੀ, ਉਹਨਾਂ ਦੇ ਉੱਤੇ ਸੋਹਣਾ ਰੱਬੀ ਛੱਤ ਜੋ ਹੈ ਉਹ ਝੁੱਲ ਰਿਹਾ ਹੈ। ਮਲ ਤਖਤ ਬੈਠਾ ਗੁਰ ਹੱਟੀਐ, ਗੁਰੂ ਨਾਨਕ ਦੇਵ ਜੀ ਦੀ ਹੱਟੀ ਉੱਤੇ ਮਲ ਤਖਤ ਬੈਠਾ, ਤਖਤ ਉੱਤੇ ਬੈਠ ਕੇ, ਗੱਦੀ ਉੱਤੇ ਬੈਠ ਕੇ ਉਹ ਨਾਮ ਦੀ ਦਾਤ ਵੰਡ ਰਹੇ ਹਨ। ਗੁਰੂ ਨਾਨਕ ਦੇਵ ਜੀ ਦੀ ਹੱਟੀ ਉੱਤੇ ਬੈਠ ਕੇ ਭਾਈ ਲਹਿਣਾ ਜੀ ਗੱਦੀ ਉੱਤੇ ਨਿਵਾਸ ਕੇ, ਗੱਦੀ ਉੱਤੇ ਬੈਠ ਕੇ ਸਾਰਿਆਂ ਨੂੰ ਨਾਮ ਦੀ ਦਾਤ ਵੰਡ ਰਹੇ ਹਨ। ਉਹਨਾਂ ਦੇ ਉੱਤੇ ਝੁੱਲੈ ਸੋ ਛਤ ਨਰੰਜਨੀ, ਉਹਨਾਂ ਦੇ ਉੱਤੇ ਉਹ ਸੁੰਦਰ ਰੱਬੀ ਛਤਰ ਝੁੱਲ ਰਿਹਾ ਹੈ। ਕਰੇ ਜੇ ਗੁਰ ਫੁਰਮਾਇਆ, ਸਿਲ ਜੋਗ ਅਲੂਣੀ ਚੱਟੀਐ। ਭਾਈ ਲਹਿਣਾ ਜੀ ਉਹੀ ਹੁਕਮ ਮੰਨ ਰਹੇ ਹਨ ਜੋ ਗੁਰੂ ਜੀ ਕਰਦੇ ਹਨ। ਸਿਲ ਜੋਗ ਅਲੂਣੀ ਚੱਟੀਐ, ਇਹ ਜੋ ਹੁਕਮ ਮੰਨਣ ਵਾਲਾ ਜੋਗ ਹੈ ਇਹ ਇਹੋ ਜਿਹੀ ਆਲੂਣੀ ਸਿਲ ਚੱਟ ਰਹੇ ਹਨ, ਅਰਥਾਤ ਇਹੋ ਜਿਹੀ ਕਰੜੀ ਘਾਲ ਕਰ ਰਹੇ ਹਨ ਕਿ ਉਹ ਗੁਰੂ ਦਾ ਫਰਮਾਇਆ ਹੋਇਆ ਹੁਕਮ ਹੈ ਉਸ ਨੂੰ ਮੰਨ ਰਹੇ ਹਨ। ਲੰਗਰ ਚੱਲੈ ਗੁਰ ਸ਼ਬਦ, ਹਰ ਤੋਟ ਨ ਆਵੀ ਖੱਟੀਐ। ਗੁਰੂ ਨਾਨਕ ਦੇਵ ਜੀ ਦੀ ਹੱਟੀ ਉੱਤੇ
ਗੁਰਗੱਦੀ ਉੱਤੇ ਭਾਈ ਲਹਿਣਾ ਜੀ ਬਿਰਾਜਮਾਨ ਹੋ ਕੇ ਗੁਰ ਸ਼ਬਦ ਗੁਰੂ ਦੇ ਸ਼ਬਦ ਦਾ ਦਿਨ ਸਿਹਾਰੀ ਕਰਕੇ ਗੁਰ ਸ਼ਬਦ ਦੇ ਰਾਹੀਂ ਲੰਗਰ ਚੱਲੈ, ਨਾਮ ਦਾ ਲੰਗਰ ਚੱਲ ਰਿਹਾ ਹੈ। ਉਸ ਪਰਮਾਤਮਾ ਦਾ ਨਾਮ ਦਾ ਲੰਗਰ ਚੱਲ ਰਿਹਾ ਹੈ ਗੁਰੂ ਦੇ ਸ਼ਬਦ ਦੇ ਰਾਹੀਂ, ਕਿਉਂਕਿ ਨਾਮ ਜੋ ਹੈ ਉਹ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਜਪਿਆ ਜਾਣਾ ਹੈ। ਗੁਰੂ ਦੇ ਬਖਸ਼ੇ ਹੋਏ ਸ਼ਬਦ ਦੇ ਰਾਹੀਂ ਹੀ ਉਸ ਵਾਹਿਗੁਰੂ ਦਾ ਸਿਮਰਨ ਕੀਤਾ ਜਾ ਸਕਦਾ ਹੈ। ਇਸ ਕਰਕੇ ਭਾਈ ਬਲਵੰਡ ਜੀ ਇੱਥੇ ਉਪਦੇਸ਼ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਹੱਟੀ ਉੱਤੇ ਗੁਰੂ ਸ਼ਬਦ ਦੇ ਰਾਹੀਂ ਨਾਮ ਦਾ ਲੰਗਰ ਚੱਲ ਰਿਹਾ ਹੈ। ਤੋਟ ਨਾ ਆਵੀ ਖੱਟੀ ਐ। ਭਾਈ ਲਹਿਣਾ ਜੀ ਇਹ ਨਾਮ ਰੂਪੀ ਲੰਗਰ ਗੁਰੂ ਸ਼ਬਦ ਦੇ ਰਾਹੀਂ ਵਰਤਾ ਰਹੇ ਹਨ, ਪਰ ਉਹਨਾਂ ਦੀ ਕਮਾਈ ਦੇ ਵਿੱਚ, ਭਾਈ ਲਹਿਣਾ ਜੀ ਦੀ ਕਮਾਈ ਦੇ ਵਿੱਚ ਕੋਈ ਤੋਟ ਨਹੀਂ ਆ ਰਹੀ। ਤੋਟ ਨਾ ਆਵੀ ਖੱਟੀ ਐ, ਖੱਟੀ ਕਮਾਈ। ਗੁਰੂ ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਜੀ ਦੀ ਕੀਤੀ ਹੋਈ ਕਮਾਈ ਦੇ ਵਿੱਚ ਕੋਈ ਤੋਟ ਨਹੀਂ ਆ ਰਹੀ। ਉਹ ਗੁਰੂ ਸ਼ਬਦ ਦੇ ਰਾਹੀਂ ਨਾਮ ਦੀ ਦਾਤ ਵੰਡ ਰਹੇ ਹਨ। ਖਰਚੇ ਦਿੱਤ ਖਸਮ ਦੀ, ਆਪ ਖਹਿੰਦੀ ਖੈਰ ਦਬੱਟੀ ਐ। ਖਰਚੇ ਦਿੱਤ ਖਸਮ ਦੀ, ਭਾਈ ਲਹਿਣਾ ਜੀ ਉਸ ਵਾਹਿਗੁਰੂ ਦੀ ਦਿੱਤੀ ਹੋਈ ਦਾਤ, ਨਾਮ ਰੂਪੀ ਦਾਤ ਜੋ ਹੈ ਉਸ ਨੂੰ ਖਰਚ ਰਹੇ ਹਨ, ਅਰਥਾਤ ਵੰਡ ਰਹੇ ਹਨ ਸਾਰਿਆਂ ਨੂੰ। ਆਪ ਖਹਿੰਦੀ, ਇਹ ਨਾਮ ਦੀ ਦਾਤ ਆਪ ਵੀ ਵਰਤ ਰਹੇ ਹਨ। ਖੈਰ ਦਬੱਟੀ ਹੈ, ਦਬੱਟੀ ਹੈ ਅਤੇ ਦਵਾ ਦਬ ਖੈਰ ਦਾਨ ਦੇ ਰਹੇ ਹਨ। ਭਾਈ ਲਹਿਣਾ ਜੀ ਗੁਰਗੱਦੀ ਉੱਤੇ ਬੈਠ ਕੇ ਉਸ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਨੂੰ ਸਾਰਿਆਂ 'ਚ ਵੰਡ ਰਹੇ ਹਨ। ਉਸ ਵਾਹਿਗੁਰੂ ਦੀ ਦਿੱਤੀ ਹੋਈ ਨਾਮ ਦਾਤ ਜੋ ਹੈ ਉਸ ਨੂੰ ਸਾਰਿਆਂ ਦੇ ਵਿੱਚ ਵੰਡ ਰਹੇ ਹਨ। ਆਪ ਵੀ ਨਾਮ ਦਾਤ ਹੀ ਵਰਤ ਰਹੇ ਹਨ। ਆਪ ਖਹਿੰਦੀ ਖੈਰ ਦਬੱਟੀ ਹੈ ਅਤੇ ਉਹ ਨਾਮ ਦਾਤ ਨੂੰ ਦਵਾ ਦਬ ਦਾਨ ਕਰੀ ਜਾ ਰਹੇ ਹਨ, ਖੈਰ ਪਾਈ ਜਾ ਰਹੇ ਹਨ। ਤੋ ਸਤਿਗੁਰੂ ਜੀ ਭਾਈ ਲਹਿਣਾ ਜੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋਤ ਟਿਕਾ ਦਿੱਤੀ। ਉਹਨਾਂ ਦੇ ਉੱਤੇ ਗੁਰਿਆਈ ਦਾ ਛੱਤਰ ਚਲਾ ਦਿੱਤਾ। ਉਹਨਾਂ ਦੇ ਅੱਗੇ ਨਮਸਕਾਰ ਕੀਤੀ ਆਪਣੀ ਸਲਾਮਤੀ ਦੇ ਵਿੱਚ। ਅਤੇ ਲਹਿਣਾ ਜੀ ਦੀ, ਭਾਈ ਲਹਿਣਾ ਜੀ ਦੀ ਜੋ ਵਡਿਆਈ ਸੀ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਦੀਆਂ ਧੂਮਾਂ ਸਾਰੇ ਪਾਸੇ ਪਈਆਂ ਹੋਈਆਂ ਸਨ, ਉਸੇ ਤਰ੍ਹਾਂ ਭਾਈ ਲਹਿਣਾ ਜੀ ਦੀ ਵੀ ਸਾਰੇ ਪਾਸੇ ਧੂਮ ਫਿਰ ਗਈ। ਉਹਨਾਂ ਦੀ ਵਡਿਆਈ ਦੀ ਧੂਮ ਸਾਰੇ ਪਾਸੇ ਫਿਰ ਗਈ, ਪਸਰ ਗਈ, ਕਿਉਂਕਿ ਉਹਨਾਂ ਦੇ ਵਿੱਚ ਵੀ ਉਹੀ ਜੋਤ ਸੀ ਜੋ ਗੁਰੂ ਨਾਨਕ ਦੇਵ ਦੇ ਵਿੱਚ ਜੋਤ ਸੀ। ਜਦੋਂ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਮੱਥਾ ਟੇਕਿਆ, ਰਹਿਰਾਸ ਕੀਤੀ, ਨਮਸਕਾਰ ਕੀਤੀ, ਆਪਣੀ ਜੋਤ ਭਾਈ ਲਹਿਣਾ ਜੀ ਦੇ ਵਿੱਚ ਟਿਕਾ ਦਿੱਤੀ। ਉਹ ਹੁਣ ਉਹ ਕੋਈ ਵੱਖਰੇ ਰੂਪ ਨਹੀਂ ਸਨ, ਉਹ ਗੁਰੂ ਨਾਨਕ ਸਾਹਿਬ ਦਾ ਹੀ ਰੂਪ ਸਨ। ਉਹਨਾਂ ਦੀ ਕੋਈ ਵੱਖਰੀ ਜੁਗਤੀ, ਜੀਵਨ ਜੁਗਤੀ ਨਹੀਂ ਸੀ। ਉਹਨਾਂ ਦੀ ਉਹੀ ਜੀਵਨ ਜੁਗਤੀ ਸੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਸੀ। ਲਹਿਣੇ ਦੀ ਫੇਰ ਆਈਐ ਨਾਨਕਾ, ਦੋਹੀ ਖੱਟੀ ਐ ਜੋਤ ਓਹਾ। ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀ ਐ ਸ਼ੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਕਾਇਆ ਪਲਟ ਕੇ ਆਪਣਾ ਭਾਈ ਲਹਿਣਾ ਜੀ ਦਾ ਰੂਪ ਧਾਰਨ ਕਰ ਲਿਆ। ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ, ਭਾਈ ਲਹਿਣਾ ਦੇ ਵਿੱਚ ਕੋਈ ਫਰਕ ਨਹੀਂ, ਉਹੀ ਜੋਤ ਉਹਨਾਂ ਦੇ ਵਿੱਚ ਆ ਗਈ।
ਉਹੀ ਨਾਨਕ ਜੋ ਸੀ ਉਹ ਭਾਈ ਲਹਿਣਾ ਦੇ ਰੂਪ ਦੇ ਵਿੱਚ ਪ੍ਰਗਟ ਹੋ ਗਏ। ਇਸੇ ਕਰਕੇ ਹੀ ਗੁਰਬਾਣੀ ਦੇ ਵਿੱਚ ਸਾਰੇ ਹੀ ਸ਼ਬਦਾਂ ਦੇ ਵਿੱਚ ਨਾਮ ਨਾਨਕ ਆਉਂਦਾ ਹੈ। ਕਿਸੇ ਦਾ ਨਾਮ ਅੰਗਦ ਜੀ, ਅਮਰਦਾਸ ਜੀ, ਰਾਮਦਾਸ, ਅਰਜਨ ਦੇਵ ਜਾਂ ਤੇਗ ਬਹਾਦਰ ਸਾਹਿਬ, ਇਹ ਨਾਮ ਨਹੀਂ ਆਉਂਦਾ ਕਿਸੇ ਦਾ। ਸਾਰਿਆਂ ਦੇ ਵਿੱਚ, ਸਾਰੀ ਗੁਰਬਾਣੀ ਦੇ ਵਿੱਚ ਨਾਮ ਜੋ ਹੈ ਉਹ ਨਾਨਕ ਹੀ ਹੈ, ਕਿਉਂਕਿ ਉਹ ਨਾਨਕ, ਗੁਰੂ ਨਾਨਕ ਸਾਹਿਬ ਜੀ ਦੀ ਹੀ ਜੋਤ ਅੱਗੇ ਭਾਈ ਲਹਿਣਾ ਦੇ ਵਿੱਚ ਆਈ। ਉਹੀ ਜੋਤ ਜੋ ਹੈ ਅੱਗੇ ਸਾਰੇ 10 ਪਾਤਸ਼ਾਹ 9 ਪਾਤਸ਼ਾਹਾਂ ਦੇ ਵਿੱਚ ਗਈ। ਉਹੀ ਜੋਤ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਗਟ ਹੈ। ਇਹਨਾਂ ਸ਼ਬਦਾਂ ਦੇ ਵਿੱਚ ਇਹ ਵੀ ਨਹੀਂ ਲਿਖਿਆ ਹੋਇਆ ਕਿ ਕਿਹੜੇ ਪਾਤਸ਼ਾਹ ਦਾ ਸ਼ਬਦ ਹੈ। ਉਹਨਾਂ ਦਾ ਕੋਈ ਨਾਮ ਨਹੀਂ ਹੈ ਕਿਸੇ ਸ਼ਬਦ ਦੇ ਵਿੱਚ ਲਿਖਿਆ ਹੋਇਆ। ਉਹ 'ਚ ਇਹੀ ਲਿਖਿਆ ਹੈ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਅਰਥਾਤ ਪਹਿਲਾ ਸਰੀਰ, ਦੂਸਰਾ ਸਰੀਰ, ਤੀਸਰਾ ਸਰੀਰ, 9ਵਾਂ ਸਰੀਰ, ਅਰਥਾਤ ਉਹੀ ਜੋਤ ਜੋ ਗੁਰੂ ਨਾਨਕ ਸਾਹਿਬ ਜੀ ਦੀ ਹੈ, ਉਹੀ ਜੋਤ ਸਾਰੇ ਗੁਰੂ ਪਾਤਸ਼ਾਹਾਂ ਦੇ ਵਿੱਚ ਸੀ। ਇਸੇ ਕਰਕੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਦੇ ਹੋਏ ਕਹਿੰਦੇ ਹਾਂ ਕਿ 10 ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਕਿਉਂਕਿ ਇਹਨਾਂ ਦੇ ਵਿੱਚ ਉਹੀ 10 ਪਾਤਸ਼ਾਹਾਂ ਦੀ ਜੋਤ ਹੈ। ਜੋ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਜੋਤ ਸੀ, ਉਹੀ ਜੋਤ ਗੁਰੂ ਅੰਗਦ ਸਾਹਿਬ ਦੇ ਵਿੱਚ ਆਈ, ਉਹੀ ਜੋਤ ਗੁਰੂ ਅਮਰਦਾਸ ਜੀ ਦੇ ਵਿੱਚ ਆਈ, ਅਤੇ ਉਹੀ ਜੋਤ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਆਈ, ਅਤੇ ਉਹੀ ਜੋਤ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਪ੍ਰਗਟ ਹੋ ਗਈ। ਇਹ 10 ਪਾਤਸ਼ਾਹ ਇੱਕੋ ਹੀ ਜੋਤ ਸਨ। ਇਹ ਜੋ ਦੂਸਰੀ ਪੌੜੀ ਹੈ, ਇਸ ਦੀ ਬਾਕੀ ਰਹਿੰਦੀ ਹੋਈ ਵਿਚਾਰ ਆਪਾਂ ਫਿਰ ਕੱਲ੍ਹ ਨੂੰ ਕਰਾਂਗੇ, ਸੋਮਵਾਰ ਨੂੰ ਜਦੋਂ ਦੀਵਾਨ ਸੱਜਣੇ ਹਨ। ਸਤਿਗੁਰੂ ਕਿਰਪਾ ਕਰਨ, ਜੋ ਸਾਨੂੰ ਉਪਦੇਸ਼ ਇਹਨਾਂ ਬਾਣੀ ਦੇ ਰਾਹੀਂ ਦੇ ਰਹੇ ਹਨ, ਉਹ ਸਾਡੇ ਹਿਰਦੇ ਵਿੱਚ ਵਸੇ। ਸਾਰੇ ਗੁਰੂ ਸਾਹਿਬਾਨ ਇੱਕ ਹੀ ਜੋਤ ਹਨ। ਗੁਰੂ ਨਾਨਕ ਸਾਹਿਬ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਸਮਾਈ, ਉਹੀ ਜੋਤ ਫਿਰ ਅੱਗੇ ਸਾਰੇ ਗੁਰੂ ਸਾਹਿਬਾਨ ਦੇ ਵਿੱਚ ਆਈ। ਜੋ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈ, ਉਹੀ ਸਾਰੇ ਗੁਰੂ ਸਾਹਿਬਾਨ ਦਾ ਉਪਦੇਸ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।